खुदा मैनू पाक बना, पाक खुदा मैनू पाक बना। दर तेरे ते मेरी दुआ, दर तेरे ते मेरी दुआ। पाक खुदा मैनू पाक बना, पाक खुदा मैनू पाक बना। दर तेरे ते मेरी दुआ, दर तेरे ते मेरी दुआ। पवित्र आत्मा मैं गावांगा सना, दीप पवित्र आत्मा मैं गावांगा सना। राह पवित्र विच जहाँ हो विच जहाँ, मेरे खुदा मैनू बल दे सदा, मेरे खुदा मैनू बल दे सदा। दर तेरे ते मेरी दुआ, दर तेरे ते मेरी दुआ। पाक खुदा मैनू पाक बना, पाक खुदा मैनू पाक बना। दर तेरे ते मेरी दुआ, दर तेरे ते मेरी दुआ, दर तेरे ते मेरी दुआ। नेक लोकां दी निजात प्रभु तो आउंदी है, परखे जान दे समय प्रभु ही है उन्हां दी हिफाजत करन वाला। बाप ਅਤੇ बेटा ਅਤੇ रूह पाक ਦੇ ਨਾਂ ਦੇ ਉੱਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ रूह पाक ਦੀ ਸਾਂਝ ਤੁਹਾਡੇ ਸਾਰਿਆਂ ਦੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪ੍ਰਭੂ ਯਿਸੂ ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਅਸੀਂ ਦੋ ਸੰਤਾਂ ਦੀ ਯਾਦਗਾਰੀ ਮਨਾਉਂਦੇ ਹਾਂ, ਸੰਤ ਕੋਰਨੇਲੀਅਸ ਅਤੇ ਸੰਤ ਸਿਪਰੀਅਨ, ਜੋ ਕਿ ਕਲੀਸਿਆ ਦੇ ਮਹਾਨ ਬਹਾਦਰ ਆਯਾਲੀ ਮੰਨੇ ਜਾਂਦੇ ਹਨ। ਇਹ ਦੋਵੇਂ ਸੰਤ ਸਾਨੂੰ ਈਮਾਨ ਦੀ ਪਕਿਆਈ ਵਿੱਚ ਦਲੇਰੀ ਦਿਖਾਉਣ ਲਈ ਸਿੱਖਿਆ ਦਿੰਦੇ ਹਨ। ਆਓ ਅਸੀਂ ਇਹਨਾਂ ਸੰਤਾਂ ਤੋਂ ਸਿੱਖੀਏ ਕਿ ਅਸੀਂ ਕਿੱਦਾਂ ਆਪਣੇ ਈਮਾਨ ਨੂੰ ਔਖਿਆਈ ਵੇਲੇ ਡਿਫੈਂਡ ਕਰ ਸਕਦੇ ਹਾਂ। ਅਸੀਂ ਕਿੱਦਾਂ ਆਪਣੇ ਈਮਾਨ ਦੇ ਲਈ ਝੂਠੀਆਂ ਅਫਵਾਹਾਂ ਦੇ ਸਾਹਮਣੇ ਆਪਣੇ ਈਮਾਨ ਵਿੱਚ ਖੜੇ ਰਹਿ ਸਕਦੇ ਹਾਂ। ਇਹਨਾਂ ਸੰਤਾਂ ਨੇ ਆਪਣੇ ਜੀਵਨ ਵਿੱਚ ਈਮਾਨ ਦੀ ਗਵਾਹੀ ਦਿੱਤੀ ਅਤੇ ਪ੍ਰਭੂ ਦੇ ਲਈ ਆਪਣਾ ਖੂਨ ਬਹਾਇਆ। ਇਹਨਾਂ ਸੰਤਾਂ ਦੀਆਂ ਸਿਫਾਰਿਸ਼ਾਂ ਸਾਨੂੰ ਵੀ ਈਮਾਨ ਵਿੱਚ ਮਜ਼ਬੂਤ ਬਣਾਉਣ ਅਤੇ ਈਮਾਨ ਦੀ ਔਖਿਆਈ ਦੇ ਵੇਲੇ ਈਮਾਨ ਦੇ ਲਈ ਲੜਨ ਲਈ ਅਤੇ ਈਮਾਨ ਵਿੱਚ ਖੜੇ ਰਹਿਣ ਲਈ ਹਿੰਮਤ ਅਤੇ ਦਲੇਰੀ ਦੇਵੇ। ਆਓ ਅਸੀਂ ਇਹਨਾਂ ਸੰਤਾਂ ਦੀ ਸਿਫਾਰਿਸ਼ ਮੰਗੀਏ ਅਤੇ ਇਸ ਪਾਕਮਸ ਦੀ ਕੁਰਬਾਨੀ ਨੂੰ ਚੜਾਉਣ ਦੇ ਲਈ ਆਪਣੇ ਆਪ ਨੂੰ ਤਿਆਰ ਕਰੀਏ, ਆਪਣੇ ਪਾਪਾਂ ਤੇ ਮਾਫੀ ਮੰਗੀਏ ਅਤੇ ਆਪਣੇ ਆਪ ਨੂੰ ਇਸ ਜਗ੍ਹਾ ਤੇ ਖੜੇ ਹੋਣ ਦੇ ਲਈ ਯੋਗ ਬਣਾਈਏ। ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ
ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਹੀ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਤਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ, ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਹੈ ਖੁਦਾ, ਤੂੰ ਆਪਣੇ ਲੋਕਾਂ ਲਈ ਸੰਤ ਕੋਰਨੇਲੀਅਸ ਅਤੇ ਸਿਪਰੀਅਨ ਨੂੰ ਉਦਮੀ ਅਯਾਲੀ ਅਤੇ ਬਹਾਦਰ ਸ਼ਹੀਦਾਂ ਦੇ ਰੂਪ ਵਿੱਚ ਦਿੱਤਾ ਹੈ। ਬਖਸ਼ ਦੇ ਕਿ ਉਹਨਾਂ ਦੀ ਸਿਫਾਰਿਸ਼ ਰਾਹੀਂ ਅਸੀਂ ਈਮਾਨ ਵਿੱਚ ਲਗਾਤਾਰ ਮਜ਼ਬੂਤ ਹੁੰਦੇ ਜਾਈਏ ਅਤੇ ਆਪਣੇ ਆਪ ਨੂੰ ਕਲੀਸਿਆ ਦੀ ਏਕਤਾ ਲਈ ਖਰਚ ਕਰ ਸਕੀਏ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਖੁਦਾ ਤੁਹਾਡੇ ਦਿਲ ਅਤੇ ਜ਼ੁਬਾਨ ਉੱਤੇ, ਤਾਂ ਕਿ ਯੋਗ ਰੀਤੀ ਨਾਲ ਤੁਸੀਂ ਉਸ ਦੀ ਬਾਣੀ ਸੁਣੋ। ਬਾਪ, ਬੇਟਾ ਤੇ ਰੂਹ ਪਾਕ ਦੇ ਨਾਮ ਤੇ ਆਮੀਨ। ਅੱਜ ਦਾ ਪਾਠ ਕੁਰਿੰਥੀਆਂ ਦੇ ਨਾਮ ਪਹਿਲਾ ਪੱਤਰ 15 ਬਾਬ ਉਹਦੀ 12 ਆਇਤ ਤੋਂ 20 ਆਇਤ ਤੱਕ। ਹੁਣ ਜੇਕਰ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਤਾਂ ਫਿਰ ਤੁਹਾਡੇ ਵਿੱਚੋਂ ਕੁਝ ਲੋਕ ਕਿਸ ਤਰ੍ਹਾਂ ਇਹ ਕਹਿ ਸਕਦੇ ਹਨ ਕਿ ਮੁਰਦਿਆਂ ਦਾ ਜੀ ਉੱਠਣਾ ਨਹੀਂ ਹੈ? ਪਰ ਜੇਕਰ ਮੁਰਦਿਆਂ ਦਾ ਜੀ ਉੱਠਣਾ ਨਹੀਂ ਹੈ ਤਾਂ ਮਸੀਹ ਵੀ ਨਹੀਂ ਜੀ ਉੱਠਿਆ ਹੈ। ਜੇਕਰ ਮਸੀਹ ਨਹੀਂ ਜੀ ਉੱਠਿਆ ਤਾਂ ਸਾਡਾ ਪ੍ਰਚਾਰ ਬੇਕਾਰ ਹੈ ਅਤੇ ਤੁਹਾਡਾ ਈਮਾਨ ਵੀ ਬੇਕਾਰ ਹੈ। ਜੇ ਇਹ ਸੱਚ ਹੈ ਕਿ ਮੁਰਦਿਆਂ ਦਾ ਜੀ ਉੱਠਣਾ ਨਹੀਂ ਹੁੰਦਾ, ਫਿਰ ਅਸੀਂ ਖੁਦਾ ਬਾਰੇ ਝੂਠੀ ਗਵਾਹੀ ਦੇਣ ਵਾਲੇ ਠਹਿਰਦੇ ਹਾਂ, ਕਿਉਂਕਿ ਅਸੀਂ ਗਵਾਹੀ ਦਿੱਤੀ ਹੈ ਕਿ ਖੁਦਾ ਨੇ ਮਸੀਹ ਨੂੰ ਫਿਰ ਜਿੰਦਾ ਕੀਤਾ ਹੈ, ਜਿਸ ਨੂੰ ਉਸ ਨੇ ਜਿੰਦਾ ਨਹੀਂ ਕੀਤਾ, ਕਿਉਂਕਿ ਜੇਕਰ ਮੁਰਦੇ ਜਿੰਦਾ ਨਹੀਂ ਕੀਤੇ ਜਾਂਦੇ ਤਾਂ ਫਿਰ ਮਸੀਹ ਵੀ ਜਿੰਦਾ ਨਹੀਂ ਕੀਤਾ ਗਿਆ। ਜੇਕਰ ਮਸੀਹ ਜਿੰਦਾ ਕੀਤਾ ਗਿਆ ਹੈ, ਫਿਰ ਤੁਹਾਡਾ ਈਮਾਨ ਬੇਕਾਰ ਹੈ ਅਤੇ ਤੁਸੀਂ ਅਜੇ ਵੀ ਪਾਪਾਂ ਦੀ ਹਾਲਤ ਵਿੱਚ ਹੋ। ਤਦ ਉਹ ਲੋਕ ਜੋ ਮਸੀਹ ਵਿੱਚ ਮਰ ਗਏ ਹਨ, ਉਹ ਵੀ ਬਰਬਾਦ ਹੋ ਗਏ ਹਨ। ਜੇਕਰ ਅਸੀਂ ਇਸ ਜ਼ਿੰਦਗੀ ਦੇ ਲਈ ਹੀ ਮਸੀਹ ਦੇ ਉੱਤੇ ਆਸ ਰੱਖੀ ਹੈ, ਤਾਂ ਅਸੀਂ ਸਭਨਾਂ ਨਾਲੋਂ ਮੰਦਭਾਗੇ ਹਾਂ। ਪਰ ਹਕੀਕਤ ਇਹ ਹੈ ਕਿ ਮਸੀਹ ਮੁਰਦਿਆਂ ਵਿੱਚੋਂ ਸੱਚਮੁੱਚ ਜ਼ਿੰਦਾ ਕੀਤਾ ਗਿਆ ਹੈ ਅਤੇ ਉਹਨਾਂ ਵਿੱਚੋਂ ਜੋ ਸੋ ਗਏ ਹਨ ਪਹਿਲਾ ਫਲ ਹੈ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। खुदा तरसो आओ सुनो ये बयां, मेरे उत्ते रब ने जो कीते एहसान। खुदा तरसो आओ सुनो ये बयां, मेरे उत्ते रब ने जो कीते एहसान। खुदा तरसो आओ सुनो ये बयां।
मैं चिल्लाया मूंह नाल रब दे हजूर, ते ओदी सिताइश दे गाए ज़बूर। मैं चिल्लाया मूंह नाल रब दे हजूर, ते ओदी सिताइश दे गाए ज़बूर। खुदा तरसो आओ सुनो ए बयां, मेरे उत्ते रब ने जो कीते एहसान। खुदा तरसो आओ सुनो ए बयां। वचन तेरा है प्रभु, जीवन की ज्योति है। वचन तेरा है गुरु, अनंत जीवन है। वचन तेरा है प्रभु, जीवन की ज्योति है। वचन तेरा है गुरु, अनंत जीवन है। दिव्य वचन तेरा भक्ति से सुन लूंगा, मधुर वचन तेरा दिल से मैं मानूंगा। दिव्य वचन तेरा भक्ति से सुन लूंगा, मधुर वचन तेरा दिल से मैं मानूंगा। प्रभु तुहाडे नाल होवे ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। पाठ पवित्र अंजील दा संत लूका दे अनुसार। ਤੇਰੀ ਵਡਿਆਈ ਹੋਵੇ ਐ ਪ੍ਰਭੂ। ਇਸ ਤੋਂ ਛੇਤੀ ਹੀ ਬਾਅਦ ਉਹ ਸ਼ਹਿਰਾਂ ਤੇ ਪਿੰਡਾਂ ਵਿੱਚ ਜਾ ਜਾ ਕੇ ਉਪਦੇਸ਼ ਦਿੰਦਾ ਰਿਹਾ ਅਤੇ ਖੁਦਾ ਦੇ ਰਾਜ ਬਾਰੇ ਸੁਸਮਾਚਾਰ ਦਾ ਪ੍ਰਚਾਰ ਕਰਦਾ ਰਿਹਾ। 12 ਚੇਲੇ ਉਸ ਦੇ ਨਾਲ ਸਨ ਅਤੇ ਕੁਝ ਔਰਤਾਂ ਵੀ ਜੋ ਅਸ਼ੁੱਧ ਆਤਮਾਵਾਂ ਤੇ ਬਿਮਾਰੀਆਂ ਤੋਂ ਚੰਗੀਆਂ ਕੀਤੀਆਂ ਗਈਆਂ ਸਨ, ਜੋ ਮਰੀਅਮ ਜੋ ਮਗਦਲੀਨੀ ਅਖਵਾਉਂਦੀ ਸੀ, ਜਿਸ ਵਿੱਚੋਂ 7 ਭੂਤ ਨਿਕਲੇ ਸਨ, ਹੈਰੋਦੇਸ ਦੇ ਦੀਵਾਨ ਚੂਸਾ ਦੀ ਪਤਨੀ ਯੋਆਨਾ ਅਤੇ ਸੁਸਨਾ ਅਤੇ ਹੋਰ ਬਹੁਤ ਸਾਰੀਆਂ ਜੋ ਆਪਣੀ ਸੰਪਤੀ ਨਾਲ ਉਹਨਾਂ ਦੀ ਲੋੜ ਵੇਲੇ ਮਦਦ ਕਰਦੀਆਂ ਸਨ। ਇਹ ਪ੍ਰਭੂ ਦੀ ਪਵਿੱਤਰ ਅੰਜੀਲ ਹੈ। ਤੇਰੀ ਮਹਿਮਾ ਹੋਵੇ ਐ ਮਸੀਹਾ। ਪ੍ਰਭੂ ਯਿਸੂ ਮਸੀਹ ਵਿੱਚ ਪਿਆਰੇ ਭਰਾਤ ਭੈਣੋ, ਅਸੀਂ ਅੱਜ ਦੀ ਅੰਜੀਲ ਨੂੰ ਧਿਆਨ ਨਾਲ ਸੁਣਿਆ ਹੈ ਕਿ ਪ੍ਰਭੂ ਸ਼ਹਿਰਾਂ ਤੇ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕਰਦੇ ਸਨ। ਉਹਨਾਂ ਦੇ ਚੇਲੇ ਵੀ ਨਾਲ ਸਨ ਅਤੇ ਕੁਝ ਔਰਤਾਂ ਵੀ ਉਹਨਾਂ ਦੇ ਨਾਲ ਸਨ। ਯਿਸੂ ਦੇ ਸਮੇਂ ਦੇ ਵਿੱਚ ਅਤੇ ਯਹੂਦੀਆਂ ਦੇ ਪਰੰਪਰਾਵਾਂ ਦੇ ਅਨੁਸਾਰ ਔਰਤਾਂ ਨੂੰ ਬੱਚਿਆਂ ਦੇ ਬਰਾਬਰ ਜਾਂ ਗੁਲਾਮਾਂ ਦੇ ਬਰਾਬਰ ਗਿਣਿਆ ਜਾਂਦਾ ਸੀ। ਕਹਿਣ ਤੋਂ ਭਾਵ ਕਿ ਉਹਨਾਂ ਦੀ ਜ਼ਿਆਦਾ ਮਹੱਤਤਾ ਨਹੀਂ ਹੁੰਦੀ ਸੀ। ਇਸੇ ਤਰ੍ਹਾਂ ਉਹਨਾਂ ਨੂੰ ਹਰ ਇੱਕ ਕੰਮ ਵਿੱਚ ਪਿੱਛੇ ਰੱਖਿਆ ਜਾਂਦਾ ਸੀ। ਤੇ ਜੇਕਰ ਅਸੀਂ ਹੁਣ ਵੀ ਸੋਚੀਏ, ਅੱਜ ਦੇ ਯੁੱਗ ਵਿੱਚ ਵੀ ਔਰਤਾਂ ਨੂੰ ਉਹ ਮਹੱਤਤਾ ਨਹੀਂ ਦਿੱਤੀ ਜਾਂਦੀ ਜੋ ਉਹਨਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ, ਜੋ ਕਿ ਬਰਾਬਰਤਾ ਦੀ ਮਹੱਤਤਾ। ਅੱਜ ਜਦੋਂ ਪ੍ਰਭੂ ਦੇ ਨਾਲ ਇਹ ਔਰਤਾਂ ਚੱਲਦੀਆਂ ਹਨ
ਅਤੇ ਆਪਣੀ ਸੰਪਤੀ ਦੇ ਵਿੱਚੋਂ ਦਾਨ ਪੁੰਨ ਕਰਕੇ ਇਹਨਾਂ ਦੇ ਲਈ ਭੋਜਨ ਦਾ ਇੰਤਜ਼ਾਮ ਵੀ ਕਰਦੀਆਂ ਹਨ। ਇਹੀ ਔਰਤਾਂ ਸਨ ਜੋ ਪ੍ਰਭੂ ਯਿਸੂ ਮਸੀਹ ਦੇ ਜੀ ਉੱਠਣ ਦੇ ਵੇਲੇ ਪ੍ਰਭੂ ਯਿਸੂ ਮਸੀਹ ਦੇ ਜੀ ਉੱਠਣ ਦੀ ਗਵਾਹੀ ਜਾਂ ਪਹਿਲੀ ਗਵਾਹੀ ਬਣਦੀਆਂ ਹਨ। ਇਸ ਲਈ ਪ੍ਰਭੂ ਯਿਸੂ ਮਸੀਹ ਨਿਰਪੱਖ ਹੁੰਦੇ ਹੋਏ, ਪੱਖਪਾਤ ਤੋਂ ਦੂਰ ਹੁੰਦੇ ਹੋਏ ਇਹਨਾਂ ਔਰਤਾਂ ਨੂੰ ਆਜ਼ਾਦੀ ਵੱਲ ਬੁਲਾਉਂਦੇ ਹਨ। ਪ੍ਰਭੂ ਦੇ ਨਾਲ ਚੱਲਣਾ ਆਜ਼ਾਦੀ ਵਿੱਚ ਚੱਲਣ ਦੇ ਬਰਾਬਰ ਹੈ ਅਤੇ ਪ੍ਰਭੂ ਵੀ ਹਰ ਇੱਕ ਇਨਸਾਨ ਨੂੰ, ਚਾਹੇ ਔਰਤ ਹੈ, ਚਾਹੇ ਉਹ ਬੱਚਾ ਹੈ, ਚਾਹੇ ਉਹ ਕਿਸੇ ਵੀ ਹਾਲਾਤ ਵਿੱਚ ਹੈ, ਆਜ਼ਾਦੀ ਵਿੱਚ ਜਿਉਣ ਦੇ ਲਈ, ਆਜ਼ਾਦੀ ਵਿੱਚ ਰਹਿਣ ਦੇ ਲਈ ਬੁਲਾਉਂਦਾ ਹੈ। ਆਓ ਅਸੀਂ ਆਪਣੇ ਪਰਿਵਾਰਾਂ ਵਿੱਚ ਹਰ ਇੱਕ ਜੀ ਦਾ ਆਦਰ ਮਾਣ ਕਰੀਏ, ਉਹਨਾਂ ਦੀ ਮਹੱਤਤਾ ਨੂੰ, ਉਹਨਾਂ ਦੀ ਸੇਵਾਵਾਂ ਨੂੰ ਪਹਿਚਾਨੀਏ ਅਤੇ ਸੱਚਮੁੱਚ ਮਸੀਹ ਵਿੱਚ ਇੱਕ ਆਜ਼ਾਦੀ ਵਾਲਾ ਜੀਵਨ ਗੁਜ਼ਾਰਨ ਦੇ ਲਈ ਅਸੀਂ ਸਾਰੇ ਤਿਆਰ ਰਹੀਏ। ਜੇਕਰ ਅੱਜ ਦੇ ਪਹਿਲੇ ਪਾਠ ਵੱਲ ਵੇਖੀਏ ਤਾਂ ਸੰਤ ਪੌਲਸ ਕੁਰਿੰਥੀਆਂ ਦੀ ਵਿਸ਼ਵਾਸ ਸੰਗਤ ਨੂੰ ਪ੍ਰਭੂ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਤੇ ਜ਼ੋਰ ਦਿੰਦੇ ਹੋਏ ਉਹਨਾਂ ਨੂੰ ਇਸ ਗੱਲ ਵਿੱਚ ਮਜ਼ਬੂਤ ਬਣਾਉਂਦੇ ਹਨ ਕਿ ਜੇ ਪ੍ਰਭੂ ਯਿਸੂ ਮਸੀਹ ਦਾ ਮੁਰਦਿਆਂ ਵਿੱਚੋਂ ਜੀ ਉੱਠਣਾ ਨਹੀਂ ਹੈ ਤਾਂ ਅਸੀਂ ਵੀ ਮੁਰਦਿਆਂ ਵਿੱਚੋਂ ਨਹੀਂ ਜੀ ਉੱਠਾਂਗੇ। ਕਿ ਉਸ ਸਮੇਂ ਦੇ ਕੁਝ ਲੋਕ ਇਹ ਨਹੀਂ ਮੰਨਣਾ ਚਾਹੁੰਦੇ ਸਨ, ਜੀ ਉੱਠਣ ਤੇ ਵਿਸ਼ਵਾਸ ਨਹੀਂ ਕਰਨਾ ਚਾਹੁੰਦੇ ਸਨ। ਇਸ ਲਈ ਸੰਤ ਪੌਲਸ ਉਹਨਾਂ ਨੂੰ ਦੱਸਦੇ ਹਨ ਕਿ ਜੇਕਰ ਯਿਸੂ ਮਸੀਹ ਦਾ ਜੀ ਉੱਠਣਾ ਨਹੀਂ ਹੈ ਤਾਂ ਸਾਡਾ ਵਿਸ਼ਵਾਸ ਵਿਅਰਥ ਹੈ, ਸਾਡੀਆਂ ਕੁਰਬਾਨੀਆਂ, ਸਾਡੀਆਂ ਸੇਵਾਵਾਂ, ਤਿਆਗ ਕੋਈ ਮਹੱਤਵ ਨਹੀਂ ਰੱਖਦੇ। ਪਰ ਪ੍ਰਭੂ ਯਿਸੂ ਮਸੀਹ ਮੁਰਦਿਆਂ ਵਿੱਚ ਜੀ ਉੱਠੇ ਹਨ। ਇਸ ਲਈ ਹਰ ਇੱਕ ਇਨਸਾਨ ਜੋ ਉਸ ਵਿੱਚ ਵਿਸ਼ਵਾਸ ਕਰਦਾ ਹੈ ਉਹ ਜੀ ਉੱਠੇਗਾ, ਕਿਉਂਕਿ ਜੀ ਉੱਠਣ ਦੇ ਵਿੱਚ ਨਾ ਵਿਸ਼ਵਾਸ ਕਰਨ ਤੇ ਸਾਡੀ ਜ਼ਿੰਦਗੀ ਦਾ ਮਕਸਦ ਖਤਮ ਹੋ ਜਾਂਦਾ ਹੈ। ਫਿਰ ਅਸੀਂ ਆਪਣੇ ਮਨ ਵਿੱਚ ਜੋ ਆਵੇ ਆਪਣੇ ਜੀਵਨ ਨੂੰ ਤਬਾਹ ਕਰ ਸਕਦੇ ਹਾਂ, ਬੁਰਾਈਆਂ ਦੇ ਦੁਆਰਾ, ਬੁਰੇ ਕੰਮਾਂ ਦੇ ਦੁਆਰਾ, ਆਪਣੀਆਂ ਜ਼ਿੰਮੇਵਾਰੀਆਂ ਨੂੰ ਛੱਡਣ ਦੇ ਦੁਆਰਾ, ਆਦਰ ਮਾਣ ਨਾ ਕਰਨ ਦੇ ਦੁਆਰਾ, ਲੁੱਟ ਖਸੁੱਟ ਦੇ ਦੁਆਰਾ। ਕਿਉਂਕਿ ਜੇ ਸਾਡੀ ਜ਼ਿੰਦਗੀ ਵਿੱਚ ਕੋਈ ਮਕਸਦ ਨਹੀਂ ਹੈ ਤਾਂ ਅਸੀਂ ਆਪਣਾ ਜੀਵਨ ਰੰਗ ਰਲੀਆਂ ਵਿੱਚ ਗੁਜ਼ਾਰਨ ਦੇ ਲਈ ਬੁਲਾਏ ਜਾਂਦੇ ਹਾਂ, ਕਿਉਂਕਿ ਅਸੀਂ ਸੋਚਦੇ ਕਿ ਸਾਡੇ ਜੀਵਨ ਅੱਗੇ ਨਹੀਂ ਹੈ, ਸਿਰਫ ਮੌਤ ਤੱਕ ਅਤੇ ਇਸ ਮਿੱਟੀ ਵਿੱਚ ਦਫਨ ਹੋਣ ਤੱਕ ਹੀ ਸੀਮਤ ਹੈ। ਪਰ ਪ੍ਰਭੂ ਯਿਸੂ ਮਸੀਹ ਦਾ ਮੁਰਦਿਆਂ ਵਿੱਚੋਂ ਜੀ ਉੱਠਣਾ ਸਾਡੇ ਜੀਵਨ ਨੂੰ ਇੱਕ ਨਵਾਂ ਮਕਸਦ, ਇੱਕ ਨਵਾਂ ਰਸਤਾ ਦਿੰਦਾ ਹੈ, ਤਾਂ ਕਿ ਅਸੀਂ ਆਪਣੇ ਜੀਵਨ ਨੂੰ ਸਹੀ ਰਸਤੇ ਤੇ ਚਲਾਈਏ, ਦੁਨਿਆਵੀ ਜ਼ਿੰਮੇਵਾਰੀਆਂ ਨੂੰ ਪੂਰਾ ਕਰੀਏ, ਹਰ ਇੱਕ ਦਾ ਇੱਜ਼ਤ ਮਾਣ ਕਰੀਏ, ਹਰ ਇੱਕ ਦਾ ਜੋ ਹੱਕ ਹੈ ਉਸ ਨੂੰ ਦਈਏ, ਦੂਸਰਿਆਂ ਦੇ ਹੱਕਾਂ ਦੇ ਲਈ ਲੜੀਏ ਅਤੇ ਇਸ ਤਰ੍ਹਾਂ ਖੁਦਾ ਦੇ ਰਾਜ ਦੇ ਲਈ ਕੰਮ ਕਰਦੇ ਹੋਏ ਅਸੀਂ ਵੀ ਇੱਕ ਦਿਨ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਲਈ ਤਿਆਰ ਰਹੀਏ। ਤੇ ਇਸ ਲਈ ਪਿਆਰਿਓ, ਅਨੰਤ ਜੀਵਨ ਪਾਉਣਾ ਸੌਖਾ ਨਹੀਂ ਹੈ। ਜੇ ਅਸੀਂ ਅਨੰਤ ਜੀਵਨ ਨੂੰ ਪਾਉਣਾ ਚਾਹੁੰਦੇ ਹਾਂ ਤਾਂ ਇਸ ਜੀਵਨ ਵਿੱਚ ਸਾਨੂੰ ਤਿਆਗ ਕਰਨ ਦੀ ਜ਼ਰੂਰਤ ਹੈ, ਸਾਨੂੰ ਰੱਬ ਦੇ ਵਚਨ ਤੇ ਚੱਲਣ ਦੀ ਜ਼ਰੂਰਤ ਹੈ, ਉਹਦੀ ਮਰਜ਼ੀ ਤੇ ਚੱਲਣ ਦੀ ਜ਼ਰੂਰਤ ਹੈ, ਆਪਣੀ ਮਰਜ਼ੀ ਨੂੰ ਪਿੱਛੇ ਰੱਖਣ ਦੀ ਜ਼ਰੂਰਤ ਹੈ,
ਤਾਂ ਹੀ ਅਸੀਂ ਮੁਰਦਿਆਂ ਵਿੱਚੋਂ ਜੀ ਉੱਠ ਸਕਾਂਗੇ ਅਤੇ ਸਵਰਗ ਰਾਜ ਨੂੰ ਹਾਸਲ ਕਰ ਸਕਾਂਗੇ। ਤਾਂ ਆਓ ਅਸੀਂ ਆਪਣੇ ਜੀਵਨ ਦੇ ਮਕਸਦ ਨੂੰ ਪਹਿਚਾਨੀਏ। ਸਾਡੇ ਜੀਵਨ ਦਾ ਮਕਸਦ ਹੈ ਅਨੰਤ ਜੀਵਨ ਹਾਸਲ ਕਰਨਾ, ਖੁਦਾ ਬਾਪ ਦੇ ਕੋਲ ਵਾਪਸ ਪਹੁੰਚਣਾ। ਅਤੇ ਇਸ ਮਕਸਦ ਨੂੰ ਸਾਹਮਣੇ ਰੱਖਦੇ ਹੋਏ ਅਸੀਂ ਆਪਣਾ ਜੀਵਨ ਗੁਜ਼ਾਰਨ ਦੀ ਕੋਸ਼ਿਸ਼ ਕਰੀਏ। ਸਵਰਗ ਰਾਜ ਵਿੱਚ ਪਹੁੰਚਣ ਦਾ ਮਤਲਬ ਮੁਰਦਿਆਂ ਵਿੱਚੋਂ ਫਿਰ ਜਿੰਦੇ ਹੋ ਜਾਣਾ, ਫਿਰ ਦੂਸਰਾ ਜੀਵਨ ਹਾਸਲ ਕਰ ਲੈਣਾ ਜੋ ਸਵਰਗ ਵਿੱਚ ਸਾਨੂੰ ਮਿਲਣ ਵਾਲਾ ਹੈ। ਆਮੀਨ। Blessed are you, Lord God of all creation, for your goodness we have received. We receive the bread we offer, fruit of the earth, and work of human hands. मन और धन उसे दो, अपने यीशु को सब कुछ दो, क्योंकि उसी के द्वारा उद्धार पाना है। जीती आत्मा का दान उसे दो, तन मन और धन उसे दो। अगर यीशु के बनना चाहो, कुछ करके दिखाना होगा। अगर यीशु के बनना चाहो, कुछ करके दिखाना होगा। खुद बचना ही काफी नहीं है, औरों को बचाना होगा। दिल में पहली जगह उसे दो, अपने यीशु को सब कुछ दो, क्योंकि उसी के द्वारा उद्धार पाना है। जीती आत्मा का दान उसे दो, तन मन और धन उसे दो। ਪ੍ਰਾਉਤ ਪੈ ਨੂੰ ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਸ ਕੁਰਬਾਨੀ ਨੂੰ ਪੂਰੀ ਕੁਦਰਤ ਵਾਲਾ ਖੁਦਾ ਬਾਪ ਪ੍ਰਵਾਨ ਕਰੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਅਤੇ ਵਡਿਆਈ ਦੇ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਹੈ ਪ੍ਰਭੂ, ਆਪਣੇ ਪਾਕ ਸ਼ਹੀਦਾਂ ਸੰਤ ਕੋਰਨੇਲੀਅਸ ਅਤੇ ਸਿਪਰੀਅਨ ਦੀ ਯਾਦ ਵਿੱਚ ਆਪਣੇ ਲੋਕਾਂ ਦੇ ਨਜ਼ਰਾਨਿਆਂ ਨੂੰ ਕਬੂਲ ਕਰ। ਬਖਸ਼ ਦੇ ਕਿ ਅਸੀਂ ਵੀ ਉਸ ਅਜੀਬ ਦਲੇਰੀ ਨੂੰ ਪਾ ਸਕੀਏ ਜੋ ਇਹਨਾਂ ਸ਼ਹੀਦਾਂ ਨੇ ਆਪਣੇ ਦੁੱਖ ਤਸੀਹਾਂ ਦੇ ਸਮੇਂ ਤੇਰੀ ਕੁਰਬਾਨੀ ਵਿੱਚੋਂ ਅਪਣਾਈ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਹੈ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਤੇਰੇ ਪਵਿੱਤਰ ਸ਼ਹੀਦ ਸੰਤ ਕੋਰਨੇਲੀਅਸ ਅਤੇ ਸੰਤ ਸਿਪਰੀਅਨ ਨੇ ਮਸੀਹ ਦੀ ਮਿਸਾਲ ਦੀ ਪੈਰਵੀ ਕੀਤੀ ਅਤੇ ਤੇਰੇ ਪਵਿੱਤਰ ਨਾਂ ਦੀ ਵਡਿਆਈ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਸ ਦੀ ਮੌਤ ਤੇਰੀ ਸ਼ਕਤੀ ਨੂੰ ਪ੍ਰਗਟ ਕਰਦੀ ਹੈ ਅਤੇ ਮਨੁੱਖੀ ਕਮਜ਼ੋਰੀਆਂ ਵਿੱਚ ਇੱਕ ਚਮਕਦੀ ਗਵਾਹੀ ਹੈ। ਤੂੰ ਕਮਜ਼ੋਰ ਲੋਕਾਂ ਨੂੰ ਚੁਣ ਲੈਂਦਾ ਹੈ ਅਤੇ ਉਹਨਾਂ ਨੂੰ ਆਪਣੀ ਸ਼ਕਤੀ ਅਤੇ ਫਜ਼ਲ ਦੇ ਕੇ ਮਸੀਹ ਸਾਡੇ ਪ੍ਰਭੂ ਦੇ ਰਾਹੀਂ ਈਮਾਨ ਦੇ ਗਵਾਹ ਬਣਾਉਂਦਾ ਹੈ। ਹੁਣ ਅਸੀਂ ਸਵਰਗ ਦੀਆਂ ਤਾਕਤਾਂ ਤੇ ਸ਼ਹੀਦਾਂ ਨਾਲ ਰਲ ਕੇ
तेरी शान दा अटुट गीत गाउंदे होए हे पुकारदे हां। पाक पाक लश्करादि प्रभु खुदा, पाक 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 लश्करादि प्रभु खुदा। स्वर्ग ते धरती तेरे जलाल नाल भरपूर हन, स्वर्ग ते धरती तेरे जलाल नाल भरपूर हन। ऊंचाइयां बीच होसना, ऊंचाइयां बीच होसना, ऊंचाइयां बीच होसना, ऊंचाइयां बीच होसना। पाक 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 लश्करादि प्रभु खुदा, पाक 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 लश्करादि प्रभु खुदा। मुबारक है जो प्रभु दे नाम विच आंदा है, मुबारक है जो प्रभु दे नाम विच आंदा है। ऊंचाइयां बीच होसना, ऊंचाइयां बीच होसना, ऊंचाइयां बीच होसना, ऊंचाइयां बीच होसना। पाक 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 लश्करादि प्रभु खुदा, पाक 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 लश्करादि प्रभु खुदा। है प्रभु तू सचमुच पाक है ਅਤੇ सब पवित्रता ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸ ਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਾਂ ਦੇ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਓ ਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਿੱਧੀ ਵੀ ਨੇਮ ਦਾ ਲਹੂ ਜੋ ਤੁਹਾਡੇ ਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ।
ईमान दा भेद। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਹੈ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸ ਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੇ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਹੈ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਯਾਤਰੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪ ਫਰੈਂਕੋ ਅਤੇ ਐਗਨੇਲੋ ਅਤੇ ਸਾਰੇ ਪੁਰੋਹਿਤਾਂ ਦੇ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜਿੱਠਣ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ। ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਹੈ ਪ੍ਰਭੂ, ਅਸੀਂ ਬੇਨਤੀ ਕਰਦੇ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਧੰਨ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸ ਕੁਆਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਧੰਨ ਰਸੂਲਾਂ ਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਇਸ ਦੀਵੀ ਜੀਵਨ ਦੇ ਵਾਰਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਹੈ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕਰ। ਆਮੀਨ। आओ ਅਸੀਂ ਸਾਰੇ ਰਲ ਕੇ ਖੁਦਾ ਦਾ ਰਾਜ ਆਉਣ ਲਈ ਪ੍ਰਾਰਥਨਾ ਕਰੀਏ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਇਆ ਹੈ। ਐ ਸਾਡੇ ਬਾਪ ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਹੈ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤਾ ਦੇ ਆਉਣ ਦੀ ਉਡੀਕ ਕਰਦੇ ਹਾਂ, ਕਿਉਂ ਜੋ ਰਾਜ, ਕੁਦਰਤ ਅਤੇ ਜਲਾਲ ਯੁਗੋ ਯੁਗ ਤੇਰਾ ਹੀ ਹੈ। ਹੈ ਪ੍ਰਭੂ ਯਿਸੂ ਮਸੀਹ, ਤੂੰ ਆਪਣੇ ਰਸੂਲਾਂ ਨੂੰ ਆਖਿਆ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਸਾਰਿਆਂ ਦੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਓ ਅਸੀਂ ਆਪੋ ਵਿੱਚ ਸ਼ਾਂਤੀ ਦਾ ਨਿਸ਼ਾਨ ਦੇਈਏ। लीले खुदा दे तू दुनिया दे गुनाह चुक ले जांदा है। लीले खुदा दे, लीले खुदा दे साडे उते दया करो। लीले खुदा दे तू दुनिया दे गुनाह चुक ले जांदा है। लीले खुदा दे, लीले खुदा दे साडे उते दया करो। लीले खुदा दे तू दुनिया दे
गुनाह चुक ले चांदा है। एलेले खुदा दे, एलेले खुदा दे, सानू शांति प्रदान करो, सानू शांति प्रदान करो, सानू शांति प्रदान करो। ਵੇਖੋ ਖੁਦਾ ਦਾ ਲੇਲਾ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ। ਤਨ ਉਹ ਹਨ ਜੋ ਇਸ ਲੇਲੇ ਦੇ ਭੋਜਨ ਲਈ ਸੱਦੇ ਗਏ ਹਨ। ऐ प्रभु, मैं इस योग्यता नहीं हाँ कि तू मेरी छत थले आवे, पर एक ही शब्द आख तां मेरी रूह चंगी हो जावेगी। मुझे अपना दर्शन और पहचान दे दो, मुझे भक्ति करने का कुछ ज्ञान दे दो। मुझे अपना दर्शन और पहचान दे दो, मुझे भक्ति करने का कुछ ज्ञान दे दो। मुझे अपना दर्शन मैं निर्बल हूँ, भिक्षा यही मांगता हूँ, यही मांगता हूँ। मैं निर्बल हूँ, भिक्षा यही मांगता हूँ, यही मांगता हूँ। मुझे सेवा करने का कुछ ज्ञान दे दो, मुझे भक्ति करने का कुछ ज्ञान दे दो। मुझे अपना दर्शन और पहचान दे दो, मुझे भक्ति करने का कुछ ज्ञान दे दो। मुझे अपना दर्शन ਜੇਕਰ ਅਸੀਂ ਮਸੀਹ ਦੇ ਨਾਲ ਮਰ ਗਏ ਹਾਂ ਤਾਂ ਅਸੀਂ ਉਸ ਦੇ ਨਾਲ ਜੀਵਾਂਗੇ ਵੀ। ਜੇਕਰ ਅਸੀਂ ਉਸ ਦੇ ਨਾਲ ਦੁੱਖ ਚੱਲਾਂਗੇ ਤਾਂ ਅਸੀਂ ਉਸ ਦੇ ਨਾਲ ਰਾਜ ਵੀ ਕਰਾਂਗੇ। ਅਸੀਂ ਪ੍ਰਾਰਥਨਾ ਕਰੀਏ। ਹੈ ਪ੍ਰਭੂ, ਪਾਕ ਯੂਕਰਿਸਤ ਦੇ ਇਹਨਾਂ ਭੇਦਾਂ ਵਿੱਚ ਹਿੱਸਾ ਲੈਣ ਨਾਲ ਅਸੀਂ ਤੇਰੇ ਤੋਂ ਦਲੇਰੀ ਦੀ ਰੂਹ ਨੂੰ ਪਾ ਸਕੀਏ, ਤਾਂ ਜੋ ਸ਼ਹੀਦ ਸੰਤ ਕੋਰਨੇਲੀਅਸ ਅਤੇ ਸਿਪਰੀਅਨ ਦੇ ਨਮੂਨੇ ਉੱਤੇ ਚੱਲ ਕੇ ਅਸੀਂ ਤੇਰੀ ਅੰਜੀਲ ਦੀ ਸੱਚਾਈ ਦੇ ਗਵਾਹ ਬਣ ਜਾਈਏ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ ਬਾਪ, ਬੇਟਾ ਅਤੇ ਰੂਹ ਪਾਕ ਤੁਹਾਨੂੰ ਆਸ਼ੀਰਵਾਦ ਦੇਵੇ। ਆਮੀਨ। ਕੁਰਬਾਨੀ ਚੜਾਈ ਗਈ ਪ੍ਰਭੂ ਦੀ ਸ਼ਾਂਤੀ ਵਿੱਚ ਜਾਈਏ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ ਐ ਨਹਾਇਤ ਮਿਹਰਬਾਨ ਕੁਆਰੀ ਮਰੀਅਮ, ਭਈ ਕਦੀ ਇਹ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇਥੋਂ ਖਾਲੀ ਗਿਆ ਹੋਵੇ। ਐ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨਸ ਕੇ ਆਉਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਇਹਦੇ ਤਾਰੇ ਹੋਏ ਕਲਾਮ ਦੀ ਮਾਂ, ਤੂੰ ਮੇਰੀ ਅਰਜ਼ਾਂ ਨੂੰ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੀਨ। ਸ਼ਾਂਤੀ ਦੀ ਰਾਣੀ ਮੁਬਾਰਕ ਮਾਂ ਮਰੀਮ, ਸਾਡੇ ਲਈ ਦੁਆ ਕਰ। मैं बचिया रहंदा ना जे तेरी दया ना हुंदी,
ਮੈਂ ਬਚਿਆ ਰਹਿੰਦਾ ਨਾ ਜੇ ਤੇਰੀ ਦਇਆ ਨਾ ਹੁੰਦੀ। ਇਹ ਸਾਹ ਮੈਂ ਲੈਂਦਾ ਨਾ, ਇਹ ਸਾਹ ਮੈਂ ਲੈਂਦਾ ਨਾ ਜੇ ਤੇਰੀ ਦਇਆ ਨਾ ਹੁੰਦੀ। ਮੈਂ ਬਚਿਆ ਰਹਿੰਦਾ ਨਾ ਜੇ ਤੇਰੀ ਦਇਆ ਨਾ ਹੁੰਦੀ। ਮੈਂ ਬਚਿਆ ਰਹਿੰਦਾ ਨਾ ਜੇ ਤੇਰੀ ਦਇਆ ਨਾ ਹੁੰਦੀ। ਜਿੰਨੀ ਵਾਰ ਵਿੜ ਗਿਆ ਹਾਂ ਤੂੰ ਮੈਨੂੰ ਚੁੱਕਿਆ ਏ। ਜਿੰਨੀ ਵਾਰ ਵਿੜ ਗਿਆ ਹਾਂ ਤੂੰ ਮੈਨੂੰ ਚੁੱਕਿਆ ਏ। ਦਿੱਤੀ ਆਣ ਤਸੱਲੀ ਜਦ ਦਿਲ ਮੇਰਾ ਦੁਖਿਆ ਏ। ਦਿੱਤੀ ਆਣ ਤਸੱਲੀ ਜਦ ਦਿਲ ਮੇਰਾ ਦੁਖਿਆ ਏ। हाँ मेरा दुख आए, हाँ मेरा दुख आए। मेरे दुख तू सहंदा ना जे तेरी दया ना हुंदी। मेरे दुख तू सहंदा ना जे तेरी दया ना हुंदी। ए साम लैंदा ना, ए साम लैंदा ना जे तेरी दया ना हुंदी। ए साम लैंदा ना जे तेरी दया ना हुंदी। मैं बचिया रहंदा ना जे तेरी दया ना हुंदी। मैं बचिया रहंदा ना जे तेरी दया ना हुंदी।